ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਇੱਕ ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਇੱਕ ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਇੱਕ ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਇੱਕ ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਵਾਰੀ ਚਰਨੀ ਲਾ ਲੈ ਮਾਲਕਾ, ਇੱਕ ਵਾਰੀ ਚਰਨੀ ਲਾ ਲੈ ਮਾਲਕਾ। ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਰੁਲਦਿਆਂ ਫਿਰਦਿਆਂ ਨੂੰ ਇੱਕ ਵਾਰੀ ਚਰਨੀ ਲਾ ਲੈ। ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਕਬੀਰ ਸੋ ਭਲੇ ਇੱਕ ਸੰਤ ਇੱਕ ਰਾਮ, ਰਾਮ ਦੁਲਾਰਾ ਮੁਕਤ ਕੋ ਸੰਤ ਜਪਾਵੈ ਨਾਮ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਤੇ ਨਵਾਜੀ ਹੋਈ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦਾ ਸਮਾਂ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੈ ਨਿਤ। ਇੱਕ ਵਧਿੰਦੀ ਅਰਜਾ ਦੂਜਾ ਸਾਹਿਬ ਆਵੇ ਚਿਤ। ਉਸ ਪ੍ਰਮਾਤਮਾ ਦੀਆਂ ਵਡਿਆਈਆਂ ਕਰਨ ਦਾ, ਉਸ ਪ੍ਰਮਾਤਮਾ ਦੇ ਨਾਲ ਜੁੜਨ ਦਾ, ਉਹਦੇ ਨਾਮ ਦੇ ਨਾਲ ਜੁੜਨ ਦਾ। ਕਿਉਂਕਿ ਉੱਚੇ ਉੱਪਰ ਉੱਚਾ ਨਾਮ, ਪਰਮਾਤਮਾ ਦੇ ਨਾਮ ਦੇ ਨਾਲ ਉਹਦਾ ਨਾਮ ਉੱਚਾ ਹੈ। ਉੱਚੇ ਉੱਪਰ ਉੱਚਾ ਨਾਮ। ਫਿਰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ। ਇਸ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਬੜੀ ਵੱਡੀ ਸ਼ਕਤੀ ਹੈ, ਤਾਕਤ ਹੈ। ਰੋਜ਼ ਹੀ ਤੁਹਾਡੇ ਨਾਲ ਇਹੋ ਵਿਚਾਰ ਸਾਂਝੀ ਕਰਦੇ ਹਾਂ। ਬਾਬਾਣੀਆਂ
ਬਾਬਿਆਂ ਦੀਆਂ ਕਹਾਣੀਆਂ, ਭਗਤਾਂ ਦੀਆਂ, ਗੁਰੂਆਂ ਦੇ ਜੀਵਨ ਵਿੱਚੋਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪੁੱਤ ਸਪੁੱਤ ਕਰੈਨ, ਗੁਰੂ ਜੀ ਦੇ ਪੁੱਤਰ ਬਣ ਕੇ, ਗੁਰੂ ਜੀ ਦੇ ਸਪੁੱਤਰ ਬਣ ਕੇ, ਕਪੁੱਤ ਨਹੀਂ। ਤਿੰਨ ਪ੍ਰਕਾਰ ਦੇ ਵਿਦਵਾਨਾਂ ਨੇ ਪੁੱਤਰ ਮੰਨੇ ਨੇ, ਪੁੱਤ ਸਪੁੱਤ ਕਪੁੱਤ। ਕਈ ਤਾਂ ਚੰਗੇ ਪੁੱਤਰ ਬਣ ਕੇ ਵਿਖਾਉਂਦੇ ਨੇ, ਕਈ ਫਿਰ ਮੀਡੀਆ 'ਚ ਸਹਿਜ ਵਿਚਾਲਾ ਸਹਿਜ ਹੁੰਦਾ ਹੈ ਉੱਥੇ, ਕਈ ਫਿਰ ਉਹ ਤੀਸਰੇ ਨੰਬਰ ਦੇ ਕਪੁੱਤ ਹੁੰਦੇ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਮੇਰੇ ਸਪੁੱਤਰ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠਾ ਹਰ ਨਾਮ ਧਿਆਵੇ। ਕਹਿੰਦੇ ਉਹ ਅਸਲ ਸਿੱਖ ਹੈ, ਗੁਰੂ ਜੀ ਦਾ ਪੁੱਤਰ ਹੈ, ਧੀਆਂ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਇਸ ਕਰਕੇ ਨਾਮ ਜਪਣ ਦਾ ਜਿਹੜਾ ਵੇਲਾ ਬੜਾ ਵਧੀਆ ਅੰਮ੍ਰਿਤ ਵੇਲੇ ਦਾ, ਕਿਉਂਕਿ ਹੁਣ ਟਿਕਾ ਹੁੰਦਾ ਹੈ। ਅੰਮ੍ਰਿਤ ਵੇਲੇ ਟਿਕਾ ਬੜਾ ਹੁੰਦਾ ਹੈ, ਸ਼ੋਰ ਸ਼ਰਾਬਾ ਨਹੀਂ ਹੁੰਦਾ, ਕੋਈ ਮਨ ਵਿੱਚ ਐਸਾ ਜਿਹੜਾ ਉਹ ਗਲਤ ਖਿਆਲ ਨਹੀਂ ਹੁੰਦਾ। ਤੇ ਤੀਸਰਾ, ਪਵਿੱਤਰ ਧਰਤੀ, ਸੁੱਚੀ ਧਰਤੀ, ਗੁਰੂ ਦੇ ਮੁਬਾਰਕ ਚਰਨ, ਸ਼ੁੱਧ ਧਰਤੀ ਹੋਵੇ, ਉੱਥੇ ਸ਼ੁਭ ਤਰੰਗਾਂ ਪੈਦਾ ਹੁੰਦੀਆਂ ਨੇ ਤੇ ਵਧੀਆ ਪਵਿੱਤਰ ਆਤਮਾ ਉੱਥੇ ਵਸਦੀਆਂ ਨੇ। ਜੇ ਮਾੜੀਆਂ ਆਤਮਾ ਵਸਦੀਆਂ ਨੇ, ਬਦਰੂਹਾਂ ਵਸਦੀਆਂ ਨੇ ਨਾ, ਤਾਂ ਚੰਗੀਆਂ ਆਤਮਾ ਵੀ ਵਸਦੀਆਂ ਹਨ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਜਿੱਥੇ ਚੰਗੀਆਂ ਤਰੰਗਾਂ ਨੇ ਉੱਥੇ ਚੰਗੇ ਲੋਕ ਵਸਦੇ ਨੇ, ਉਹਨਾਂ ਦੀਆਂ ਚੰਗੀਆਂ ਆਤਮਾਵਾਂ ਵਸਦੀਆਂ ਹਨ। ਜਿੱਥੇ ਮਾੜੇ ਲੋਕ ਨੇ, ਮਾੜੀਆਂ ਤਰੰਗਾਂ ਨੇ, ਉੱਥੇ ਮਾੜੇ ਲੋਕ ਵਸਦੇ ਹਨ। ਉਹਨਾਂ ਦੇ ਖਿਆਲਾਤ ਉਹੋ ਜਿਹੇ ਹੁੰਦੇ ਨੇ। ਚੰਗੀਆਂ ਤਰੰਗਾਂ ਵਾਲਿਆਂ ਕੋਲੇ ਜਦੋਂ ਜਾਵਾਂਗੇ, ਬੈਠਾਂਗੇ, ਉਹਨਾਂ ਦੇ ਖਿਆਲ ਉੱਥੋਂ ਪਤਾ ਲੱਗ ਜੂਗਾ। ਪੁੱਛਣਗੇ ਕਿਵੇਂ ਹੈ, ਨਿਤਨੇਮ, ਬਾਣੀ, ਅੰਮ੍ਰਿਤ ਵੇਲੇ ਉੱਠਦਾ, ਜਾਂਦਾ ਗੁਰਦੁਆਰੇ, ਬਸ ਸਮਝ ਲਓ ਇੱਥੇ ਚੰਗੀਆਂ ਤਰੰਗਾਂ ਨੇ, ਚੰਗੇ ਸ਼ੁਭ ਖਿਆਲਾਂ ਵਾਲੇ ਹਨ। ਤੇ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਇੱਕ ਵਾਰੀ ਬੈਠ ਗਏ, ਉਸ ਧਰਤੀ ਨੂੰ ਪੱਗ ਲੱਗ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਸ। ਸੋ ਥਾਨ, ਥਾਨ ਤੋਂ ਭਾਵ ਜਗ੍ਹਾ ਸੋਹਣੀ ਲੱਗਦੀ ਹੈ, ਉਹ ਭਾਗਾਂ ਵਾਲੀ ਜਗ੍ਹਾ ਹੋ ਜਾਂਦੀ ਹੈ। ਆਓ ਅੱਜ ਭਾਈ ਗੁਰਦਾਸ ਜੀ ਦਾ ਪਵਿੱਤਰ ਫਰਮਾਨ ਆਇਆ, ਉਹ ਕਹਿੰਦੇ ਸੁਖ ਰਾਜੇ ਕਰ ਹਰੀ ਚੰਦ, ਨਾਰ ਸੁਤਾਰਾਂ ਲੋਚਨ ਰਾਣੀ, ਸਾਧ ਸੰਗਤ ਮੇ ਲਗਾਵਦੇ ਰਾਤੀ ਜਾਏ ਸੁਣੇ ਗੁਰਬਾਣੀ। ਰਾਜਾ ਹਰੀ ਚੰਦ ਹੋਏ, ਨਾਸਤਕ ਖਿਆਲਾਂ ਦਾ ਰਾਜਾ, ਚੰਗਾ ਧਨ ਪਦਾਰਥ ਵਧੀਆ, ਕੋਈ ਪਿਛਲਾ ਬੀਜ ਬੀਜੇ ਅੱਗੇ ਆ ਗਿਆ। ਜਿਸ ਮਨੁੱਖ, ਜਿਹੜਾ ਕੋਈ ਮਨੁੱਖ ਚੰਗਾ ਬੀਜ ਬੀਜਦਾ, ਵਧੀਆ ਜ਼ਮੀਨ ਨੂੰ ਪੱਧਰ ਕਰਕੇ ਬੀਜ ਬੀਜਦਾ, ਉਹਦੇ ਵਿੱਚ ਫਿਰ ਬੀਜ ਚੰਗਾ ਹੁੰਦਾ ਹੈ। ਫਿਰ ਉਹ 6 ਮਹੀਨਿਆਂ ਬਾਅਦ ਚੰਗਾ ਵਧੀਆ ਝੋਲਾ ਭਰ ਲਿਆਉਂਦਾ ਪੈਸਿਆਂ ਦਾ। ਹੁਣ ਜਿਹਦੇ ਕੋਲੇ ਜ਼ਮੀਨ ਵੀ ਹੈ, ਉਹਨੇ ਬੀਜਿਆ ਵੀ ਕੁਛ ਨਹੀਂ, ਕੱਖ ਹੋ ਗਿਆ ਉਹਦੇ ਵਿੱਚ, ਉਹ ਝੋਲਾ ਨਹੀਂ ਭਰਦਾ ਪੈਸਿਆਂ ਦਾ, ਨਹੀਂ ਉਹਦਾ ਝੋਲਾ ਨਹੀਂ ਭਰੂਗਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਨੇ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਰਾਜਾ ਹਰੀ ਚੰਦ ਦੇ ਖਿਆਲ ਨਾਸਤਕ ਨੇ। ਕਈ ਵਾਰੀ ਆਸਤਕ ਨਾਲ ਰਲ ਕੇ ਨਾਸਤਕ ਦੇ ਖਿਆਲ ਵੀ ਆਸਤਕ ਬਣ ਜਾਂਦੇ ਨੇ, ਭਾਵ ਚੰਗੇ ਨਾਲ ਮਿਲ ਕੇ ਮਾੜੇ ਬੰਦੇ ਦੇ ਖਿਆਲ ਉਹ ਚੰਗੇ ਬਣਨੇ ਸ਼ੁਰੂ ਹੋ ਜਾਂਦੇ ਹਨ। ਉਮਰ ਉਹਾਂ ਵਿੱਚ ਲੇਖੇ ਦੇ, ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਕਈ ਵਾਰੀ ਤੁਸੀਂ ਚੰਗੇ ਬੰਦੇ ਕੋਲੇ ਬੈਠਣਾ ਸ਼ੁਰੂ ਕਰ ਦਿਓ, ਇੱਕ ਨਾ ਇੱਕ ਦਿਨ ਉਹ ਆਪਣੇ ਵਾਲਾ ਰੰਗ ਚੜਾ ਦੂਗਾ। ਫਿਰ ਕਈ ਵਾਰੀ ਤੁਸੀਂ ਮਾੜੇ ਬੰਦਿਆਂ ਕੋਲੇ ਬੈਠਣਾ ਕਰ ਦਿਓ, ਤਾਂਸ ਵਾਲਿਆਂ ਕੋਲੇ ਮਾੜਾ ਜਿਹਾ ਖੜਨ ਨਹੀਂ ਲੱਗ ਜਾਓ, ਬਸ 1-2 ਦਿਨ ਖੜਨ ਲੱਗ ਜਾਓ, ਤੀਜੇ ਚੌਥੇ ਦਿਨ ਤੁਹਾਨੂੰ ਆਪੇ ਹਿਸਾਬ ਆ ਜਾਊਗਾ, ਬਿਠਾਈ ਲੈਣਗੇ, ਬਹਿ ਜਾ ਤੂੰ ਵੀ ਇੱਧਰਲੇ ਪਾਸੇ। ਉਹ ਬਹਿ ਜਾ, ਘਰੇ ਕੀ ਕਰੇਗਾ, ਇੱਕ ਨਾ ਇੱਕ ਦਿਨ ਚੜਾਈ ਦੇਣਗੇ ਰੰਗ।
ਮਹਾਰਾਜ ਜੀ ਕਹਿੰਦੇ ਚੰਗੇ ਸ਼ੁਭ ਖਿਆਲਾਂ ਵਾਲੇ ਬੰਦਿਆਂ ਕੋਲੇ ਬੈਠੋ, ਤੈਨੂੰ ਚੰਗੀ ਗੱਲ ਦੱਸ ਦੇਣਗੇ, ਰਸਤੇ ਪਾ ਦੇਣਗੇ। ਆ ਰਸਤਾ ਮਾੜਾ ਹੈ, ਆ ਚੰਗਾ ਹੈ, ਮਾੜੇ ਰਸਤੇ ਤੇ ਨਾ ਤੁਰੀ, ਚੰਗੇ ਤੇ ਤੁਰੀ। ਹੁਣ ਰਾਜੇ ਦੇ ਖਿਆਲ ਬੜੇ ਮਾੜੇ ਨੇ ਤੇ ਚੰਗੇ ਖਿਆਲਾਂ ਵਾਲੀ ਆ ਗਈ ਤਾਰਾ ਰਾਣੀ। ਦੋ ਨਾਂ ਲਿਖੇ ਨੇ ਭਾਈ ਗੁਰਦਾਸ ਜੀ ਨੇ, ਨਾਰ ਸੋ ਤਾਰਾ, ਲੋਚਣ ਰਾਣੀ ਵੀ ਤੇ ਤਾਰਾ ਰਾਣੀ ਵੀ। ਇੱਕ ਰਾਣੀ ਦੇ ਦੋ ਹੀ ਨਾਂ ਸੀ, ਰਾਣੀਆਂ ਨਹੀਂ ਸੀ ਦੋ, ਕਿਉਂਕਿ ਮੇਰੇ ਗੁਰਦੇਵ ਸੁਣਾਉਂਦੇ ਹੁੰਦੇ ਬੜੇ ਪਿਆਰ ਵਿੱਚ ਭਿੱਜ ਕੇ, ਉਹ ਕਹਿੰਦੇ ਰਾਣੀ ਇੱਕ ਸੀ, ਉਹਦੇ ਨਾਂ ਹੀ ਦੋ ਸੀ, ਨਾਰ ਸੋ ਤਾਰਾ, ਲੋਚਣ ਰਾਣੀ। ਤਾਰਾ ਰਾਣੀ ਵੀ ਉਹਦਾ ਨਾਂ ਸੀ, ਲੋਚਣ ਰਾਣੀ ਵੀ ਉਹਦਾ ਨਾਂ ਸੀ। ਉਹਦੇ ਖਿਆਲ ਬੜੇ ਚੰਗੇ ਸੀ, ਸਾਧੂ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੀ ਸੀ ਤੇ ਰੋਜ਼ ਇਹੋ ਹੀ ਕਹਿੰਦੀ ਸੀ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਹੁਣ ਚੰਗੇ ਖਿਆਲ ਉਧਰ ਜਦੋਂ ਘਰ ਵਿੱਚ ਆ ਕੇ ਦੇਖਿਆ, ਮਹਾਰਾਜਾ ਹਰੀ ਚੰਦ ਦੇ ਰਾਜ ਭਾਗ ਜ਼ਰੂਰ ਹੈ, ਸੈਨਾ ਬਹੁਤ ਹੈ, ਫੌਜ ਬਹੁਤ ਹੈ, ਅਯੁੱਧਿਆ ਦਾ ਰਾਜਾ ਹੈ, ਧਰਮੀ ਰਾਜਾ ਹੈ, ਪਰ ਉਹਦੇ ਖਿਆਲ ਜਿਹੜੇ ਬੜੇ ਮਾੜੇ ਨੇ। ਇਸ ਤਰ੍ਹਾਂ ਨਹੀਂ ਹੈ ਵੀ ਕੋਈ ਗਲਤ ਖਿਆਲਾਂ ਵਾਲਾ ਹੈ, ਗਲਤ ਥਾਂ ਤੇ ਜਾਂਦਾ ਨਹੀਂ। ਇਹ ਖਿਆਲ ਨੇ ਉਹ ਕਿਸੇ ਮਹਾਂਪੁਰਖ ਸਾਧੂ ਨੂੰ ਮੰਨਣ ਵਾਸਤੇ ਨਹੀਂ ਤਿਆਰ ਹੈ, ਵੀ ਕਿਸੇ ਸਾਧੂ ਕੋਲੇ ਮਹਾਂਪੁਰਖ ਕੋਲੇ ਚੱਲੀਏ, ਕੋਈ ਕਥਾ ਕੀਰਤਨ ਸੁਣੀਏ, ਕੋਈ ਬਾਣੀ ਸੁਣੀਏ। ਇਸ ਤਰ੍ਹਾਂ ਨਹੀਂ ਹੈ ਖਿਆਲ। ਬਸ ਇਹ ਖਿਆਲ ਹੈ ਬਈ ਉਹ ਲੋਕ ਜਾਂਦੇ ਨੇ ਜਿਨ੍ਹਾਂ ਕੋਲੇ ਕੁਝ ਨਹੀਂ ਹੈ, ਮੇਰੇ ਕੋਲ ਤਾਂ ਸਭ ਕੁਝ ਹੈ। ਰਾਣੀ ਦਾ ਸੰਜੋਗ ਜੁੜਿਆ, 2-4 ਦਿਨ ਦੇਖਿਆ, ਇਹ ਤਾਂ ਕੋਈ ਵੀ ਉੱਠ ਕੇ ਵਾਹਿਗੁਰੂ ਜਪਣ ਵਾਲਾ ਨਹੀਂ ਹੈ। ਸਾਰਾ ਦਿਨ ਸੁੱਤੇ ਰਹਿੰਦੇ ਨੇ, ਸਾਰਾ ਦਿਨ ਆਪਣੇ ਕੰਮ ਧੰਦਿਆਂ ਵਿੱਚ ਰਹਿੰਦੇ ਨੇ। ਨਾਲੇ ਪਤਾ ਹੈ ਵੀ ਇਹ ਕੰਮ ਧੰਦਿਆਂ ਨੇ ਠੀਕ ਹੈ, ਕਰਨੇ ਜ਼ਰੂਰੀ ਨੇ, ਪਰ ਇਹ ਨਹੀਂ ਵੀ ਸਾਰਾ ਟਾਈਮ ਹੀ ਉਹਦੇ ਵਿੱਚ ਲਾ ਦੇਵੇ। ਬਈ ਪਰਮਾਤਮਾ ਦਾ ਨਾਮ ਜਪਣ ਵਾਸਤੇ ਜਿਹੜਾ ਉਹ ਸਮਾਂ ਨਾ ਲਾਵੇ। ਤੇ ਪਿਆਰ ਵਿੱਚ ਆ ਕੇ ਜਦੋਂ ਉਸ ਰਾਜੇ ਹਰੀ ਚੰਦ ਨੇ ਕਹਿ ਦਿੱਤਾ ਰਾਣੀ ਤਾਰਾ ਨੂੰ, ਬਈ ਕੋਈ ਰੱਬ ਨਹੀਂ, ਕੋਈ ਸਾਧੂ ਸੰਤ ਮਹਾਤਮਾ ਨਹੀਂ, ਕੋਈ ਪਰਮਾਤਮਾ ਦਾ ਨਾਂ ਨਹੀਂ, ਬਸ ਖਿਆਲ ਚੰਗਾ ਰੱਖੋ ਆਪਣਾ। ਇਸ ਤਰ੍ਹਾਂ ਰਾਜਾ ਕਹਿਣ ਤੋਂ ਭਾਵ ਜਿਹੜਾ ਉਸ ਰਾਣੀ ਦੇ ਨਾਲ ਖਿਆਲਾਤ ਨਹੀਂ ਮਿਲਦੇ। ਹੁਣ ਕਿੱਥੇ ਉਹਨੇ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਘਰ ਦੇ ਵਿੱਚ 3 ਵਜੇ ਇਸ਼ਨਾਨ ਕਰਨਾ, ਫਿਰ ਪਰਮਾਤਮਾ ਦੀ ਬੰਦਗੀ ਕਰਨੀ, ਰੱਬ ਰੱਬ ਕਰਨਾ। ਇਸ ਤਰ੍ਹਾਂ ਜਦੋਂ ਖਿਆਲ ਘਰ ਦੇ ਵਿੱਚ ਨਾ ਬਣਿਆ, ਉਹ ਨਿਯਮ ਟੁੱਟ ਗਿਆ। ਤੇ ਇੱਕ ਦਿਨ ਰਾਣੀ ਨੇ ਕਿਹਾ ਰਾਜੇ ਹਰੀ ਚੰਦ ਨੂੰ, ਉਹ ਕਹਿਣ ਲੱਗੀ, ਗੱਲ ਸੁਣ ਰਾਜਨ, ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰ, ਪਰਮਾਤਮਾ ਦੀ ਬਾਣੀ ਪੜ੍ਹ, ਬੰਦਗੀ ਕਰ। ਜੇ ਪਰ ਇਹ ਕੁਝ ਨਾ ਹੋਇਆ ਨਾ ਤੇ ਮੈਨੂੰ ਔਖਾ ਹੋ ਜਾਊਗਾ। ਰਾਜਾ ਕਹਿਣ ਲੱਗਿਆ, ਕਿੰਨਾ ਕੁ? ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ ਮੇਰਾ ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਅੱਜ ਨਾ ਸੁਣੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ ਮੇਰਾ ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਗੁਰਬਾਣੀ, ਜੇ ਮੈਂ ਅੱਜ ਨਾ ਸੁਣੀ ਗੁਰਬਾਣੀ, ਨਿਤਨੇਮ ਟੁੱਟ ਜਾਊਗਾ ਮੇਰਾ ਨਿਤਨੇਮ ਟੁੱਟ ਜਾਊਗਾ। ਜੇ ਮੈਂ ਅੱਜ ਰਾਜਾ ਕਹਿਣ ਲੱਗਿਆ, ਕੋਈ ਗੱਲ ਨਹੀਂ, ਇੱਥੇ ਕੋਈ ਪਰਮਾਤਮਾ ਦੀ ਬਾਣੀ ਨਿਤਨੇਮ ਕੁਛ ਨਹੀਂ ਹੁੰਦਾ ਹੈ। ਤੈਨੂੰ ਦੱਸ ਕਿਹੜੀ ਚੀਜ਼ ਦੀ ਘਾਟ ਹੈ? ਸਭ ਕੁਝ ਹੈ। ਸੁਖ ਰਾਜੇ ਘਰ ਹਰੀ ਚੰਦ ਸੁਖ। ਭਾਈ ਗੁਰਦਾਸ ਜੀ ਕਹਿੰਦੇ ਬਹੁਤੇ ਸੁਖ ਸੀ ਰਾਜਿਆਂ ਦੇ ਘਰ ਦੇ ਵਿੱਚ, ਤਾਂ ਕੁਦਰਤੀ ਗੱਲ ਹੈ। ਸੁਖ ਜ਼ਰੂਰ ਹੋਣਗੇ ਪਰ ਮਨ ਦੀ ਸ਼ਾਂਤੀ ਨਹੀਂ ਹੋਣੀ ਉੱਥੇ। ਸੁਖ ਜ਼ਰੂਰ, ਵੱਡੇ ਗਦੈਲੇ, ਵੱਡੇ ਬੈੱਡ, ਵੱਡਾ ਮਕਾਨ, ਵੱਡਾ ਆਸ਼ਰਮ ਹੋ ਸਕਦਾ ਹੈ, ਵੱਡਾ ਲੰਗਰ ਹੋ ਸਕਦਾ ਹੈ, ਪਰ ਜਿਹੜਾ ਸੁਖ ਆਰਾਮ ਹੈ ਨਾ, ਉਹ ਨਹੀਂ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਲਿਖ ਦਿੱਤਾ, ਸੁਖ ਰਾਜੇ ਘਰ ਹਰੀ ਚੰਦ,
ਕਹਿੰਦੇ ਬਹੁਤੇ ਸੁਖ ਰਾਜੇ ਹਰੀ ਚੰਦ ਦੇ ਘਰ ਦੇ ਵਿੱਚ ਸੀ। ਰੱਥ ਬੱਗੀਆਂ ਤੇ ਬੈਠ ਕੇ ਜਾਣਾ, ਸੈਨਾ ਹੱਥ ਬੰਨ੍ਹ ਕੇ ਖੜਦੀ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਹਰੀ ਚੰਦ ਨੂੰ ਮਿਲਦੇ ਨੇ, ਰਾਜੇ ਹਰੀ ਚੰਦ। ਤੇ ਬਖਤੇ ਖੀਰ ਰਾਣੀ ਤਾਰਾ ਕਹਿਣ ਲੱਗੀ, ਰਾਜਨ ਆਪਾਂ ਪਰਮਾਤਮਾ ਦੀ ਸੰਗਤ ਕਰਿਆ ਕਰਾਂਗੇ। ਚਲੋ ਹੌਲੀ ਹੌਲੀ ਉਸ ਆਸਤਕ ਬੰਦੇ ਨਾਲ, ਗੁਰਮੁਖ ਨਾਲ ਜੁੜ ਕੇ ਮਨਮੁਖ ਬੰਦੇ ਦਾ ਵੀ ਭਲਾ ਹੋ ਗਿਆ। ਇੱਕ ਦਿਨ ਕੋਈ ਫਕਰ ਫਕੀਰ ਤੁਰਿਆ ਜਾਂਦਾ ਮਹਿਲਾਂ ਦੇ ਥੱਲੇ ਦੀ, ਉਹਨੇ ਆਵਾਜ਼ ਦਿੱਤੀ ਬਈ ਆਪਣੇ ਅਯੁੱਧਿਆ ਦੇ ਵਿੱਚ ਜਿਹੜੀ ਦਾਣਾ ਮੰਡੀ ਬਣੀ ਹੈ ਨਾ, ਉੱਥੇ ਸਾਧੂ ਮੰਡਲੀ ਆਈ ਹੈ। 12 ਸਾਲ ਬਾਅਦ ਜਿਹੜੀ ਮੰਡਲੀ ਆਉਂਦੀ ਹੈ ਉਹ ਆਈ ਹੈ। ਉੱਥੇ ਭਜਨ ਹੋਊਗਾ 40 ਦਿਨ ਲਗਾਤਾਰ। ਰੋਜ਼ ਸ਼ਾਮ ਨੂੰ ਕਥਾ ਹੋਇਆ ਕਰੂਗੀ, ਸੁਬਹ ਕੀਰਤਨ ਹੋਇਆ ਕਰੂਗਾ, ਦਿਨੇ ਪਾਠ ਹੋਇਆ ਕਰੂਗਾ, ਸੇਵਾ ਦਾ ਕੁੰਭ ਚੱਲੂਗਾ। ਦੋ ਹੀ ਚੱਲਣਗੇ, ਕਿ ਸੇਵਾ ਦਾ ਕਿ ਸਿਮਰਨ ਦਾ। ਰਾਣੀ ਨੂੰ ਤਾਂ ਇਹ ਗੱਲ ਸੁਣ ਕੇ ਚਾਅ ਚੜ ਗਿਆ। ਸ਼ੁਕਰ ਹੈ 40 ਦਿਨਾਂ ਦਾ ਤਾਂ ਬਹੁਤ ਵੱਡਾ ਯੱਗ ਹੋ ਰਿਹਾ ਹੈ। ਤਾਂ ਇੱਕ ਨਾਲੇ ਦਾਨ ਭੇਜਾਂਗੇ ਘਰ ਵਿੱਚੋਂ, ਤੇ ਨਾਲੇ ਸੰਗਤ ਕਰਕੇ ਆਇਆ ਕਰਾਂਗੇ ਸਾਧੂਆਂ ਦੀ, ਮਹਾਂਪੁਰਖਾਂ ਦੀ, ਰੱਬ ਦੇ ਫਕੀਰਾਂ ਦੀ। ਸ਼ਾਮ ਦਾ ਵਕਤ ਹੋਇਆ, ਰਾਜਾ ਹਰੀ ਚੰਦ ਮਹਿਲਾਂ ਵਿੱਚ ਆਇਆ। ਰਾਣੀ ਨੇ ਹੱਥ ਬੰਨ੍ਹ ਕੇ ਬੜੀ ਅਧੀਨਗੀ ਸਹਿਤ ਆਖਿਆ, ਮਹਾਰਾਜ ਆਪਣੇ ਸ਼ਹਿਰ ਦੇ ਵਿੱਚ ਸਾਧੂ ਆਏ ਨੇ, ਮਹਾਂਪੁਰਖ ਆਏ ਨੇ। ਉਹਨਾਂ ਨੇ 40 ਦਿਨ ਪਰਮਾਤਮਾ ਦੀ ਬੰਦਗੀ ਕਰਨੀ ਹੈ। ਸ਼ਾਮ ਨੂੰ ਕਥਾ ਹੋਇਆ ਕਰੂਗੀ, ਸੁਬਹ ਕੀਰਤਨ ਹੋਇਆ ਕਰੂਗਾ, ਦੁਪਹਿਰੇ ਪਰਮਾਤਮਾ ਦੀ ਬੰਦਗੀ ਹੋਇਆ ਕਰੂਗੀ, ਨਾਲੇ ਉੱਥੇ ਯੱਗ ਚੱਲੂਗਾ। ਗਰੀਬ ਗੁਰਬੇ ਆਉਣਗੇ, ਛਕ ਕੇ ਜਾਣਗੇ। ਰਾਜਾ ਹਰੀ ਚੰਦ ਕਹਿਣ ਲੱਗਿਆ, ਰਾਣੀ ਆਪਾਂ ਉੱਥੇ ਜਾ ਕੇ ਬੈਠਾਂਗੇ ਉਹਨਾਂ ਗਰੀਬਾਂ ਦੇ ਵਿੱਚ। ਕਿਹੜੀ ਕਥਾ ਦੀ ਗੱਲ ਕਰਦੀ ਹੈ? ਕੋਈ ਕਥਾ ਨਹੀਂ ਸੁਣਨੀ, ਕੋਈ ਯੱਗ ਨਹੀਂ ਕਰਾਉਣਾ, ਕਿਸੇ ਉਹ ਪੰਡਾਲ ਵਿੱਚ ਨਹੀਂ ਜਾਣਾ, ਸਾਧੂਆਂ ਦੀ ਸੰਗਤ ਵਿੱਚ ਨਹੀਂ ਜਾਣਾ। ਇਸ ਤਰ੍ਹਾਂ ਰਾਜੇ ਹਰੀ ਚੰਦ ਨੇ ਰਾਣੀ ਤਾਰਾ ਨੂੰ ਕਹਿ ਦਿੱਤਾ। ਚੁੱਪ ਕਰ ਗਈ, ਕਿਉਂਕਿ ਪਤੀ ਸੀ। ਫਿਰ ਵੀ ਅਗਲਾ ਵਚਨ ਨਹੀਂ ਕੋਈ ਕੱਢਿਆ। ਤੇ ਫਿਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਰਾਣੀ ਤਾਰਾ ਅਰਦਾਸ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਇਹਦਾ ਵੀ ਮਨ ਮੋੜ ਕੇ ਇੱਧਰਲੇ ਪਾਸੇ ਲਾ ਲੈ, ਇਹਨੂੰ ਵੀ ਚੰਗੀ ਸਮਤ ਬਖਸ਼ਿਸ਼ ਕਰ ਦੇ। ਆਪਾਂ ਇਹੀ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਚੰਗੀ ਸਮਤ ਬਖਸ਼ੀ, ਚੰਗੀ ਸੰਗਤ ਬਖਸ਼ੀ, ਚੰਗਿਆਂ ਕੋਲੇ ਬੈਠਣ ਦਾ ਬਲ ਬਖਸ਼ੀ। ਤੇ ਰਾਣੀ ਤਾਰਾ ਨੇ ਕਿਹਾ, ਸੱਚਾ ਪਾਤਸ਼ਾਹ ਹੁਣ ਕਿਰਪਾ ਕਰ ਦਿਓ। ਹੁਣ ਇੱਕ ਪਾਸੇ ਨਾਸਤਕ ਬੰਦਾ ਹੈ, ਇੱਕ ਪਾਸੇ ਆਸਤਕ ਹੈ, ਇੱਕ ਪਾਸੇ ਮਨਮੁਖ ਹੈ, ਇੱਕ ਪਾਸੇ ਗੁਰਮੁਖ ਹੈ, ਇੱਕ ਪਾਸੇ ਚੰਗਾ, ਇੱਕ ਪਾਸੇ ਮਾੜਾ ਹੈ। ਹੁਣ ਦੱਸ ਦੇ ਤੂੰ ਕਿਹਦੀ ਸਹਾਇਤਾ ਕਰੇਂਗਾ, ਕਿਰਪਾ ਕਰ ਦੇ। ਤੇ ਪਿਆਰ ਵਿੱਚ ਆ ਕੇ ਰਾਣੀ ਤਾਰਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੀ ਹੈ। ਕਹਿੰਦੀ ਕੀ ਹੈ? ਸਾਨੂੰ ਰੋਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਰੋਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਇੱਕ ਵਾਰੀ ਚਰਨੀ ਲਾ ਲੈ, ਇੱਕ ਵਾਰੀ ਚਰਨੀ ਲਾ ਲੈ। ਸਾਨੂੰ 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 ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ। ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ।
ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ ਸਾਨੂੰ ਰੁਲਦਿਆਂ ਫਿਰਦਿਆਂ ਨੂੰ ਵਾਹਿਗੁਰੂ ਇੱਕ ਵਾਰੀ ਚਰਨੀ ਲਾ ਲੈ दास चरण कमल की मौज को कैसे अनुमान कैपे को शोभा नहीं देखा ही परवान रमकली महला तीजा आनंद ओंकार सतगुर प्रसाद अनंत पाया मेरी माए सतगुरु मैं पाया राग रतन परवार पनिया शब्द गावणिया मन जिनी वसाया कह नानक अनंत हुआ सतगुरु मैं पाया मन मेरा तुम बतारो हर नाल होत मन मेरे दुख सब विसारना अंगीकार करे तेरा कार सब सुधारना सबना गला समरथ स्वामी सो का मनो विसारे नानक मन मेरे सदा रहो हर नाले साचे साहिबा क्या नहीं करते रहे करता तेरे सब कुछ है दे जो पावे सिफत सलाह तेरी नाम मन बसावे नाम जिनके मन वसिया वाजे शब्द कनेरे कह नानक सच्चे साहिब क्या नहीं करते रह साचा नाम मेरा आधारो साचा नाम आधार मेरा जिन भुखा का भगवान कर शांत सुख मन आई वस्या जिनी इच्छा सब जाइया गुरु तो जिन्हें वड्याइया कह नानक सुनो संतो शब्द तरो प्यारो साचा नाम मेरा आधारो वाजे पंच शब्द जित कर पट बग शब्द बज कला जित करतारिया दूध दूध बस किते काल कंटक मारिया कर्म पाया तो जिन को से नाम हर कह लागे कह नानक तय सुख हुआ जित कर आनंद बाजी नंद सुनो बड़ भागियो सगल मनोरथ पूरे प्रभु पाया उतरे सगल सूरे दुख रोग संताप उतरे सुनी सच्ची बाणी संत साधन पे सर से पूरे गुर ते जानी सुनते बनिंद कहते पवित्र रत गुरे भरपूरे बंत नानक गुर चरण लागे बाजे अनाद चूरे बोलो वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी की फतेह